ਸਤਿ ਸ਼੍ਰੀ ਅਕਾਲ ਸਟੂਡੈਂਟਸ। ਇਲੈਕਟ੍ਰੋਨਿਕ ਇੰਸਟਰੂਮੈਂਟਸ ਵਾਲਾ ਚੈਪਟਰ ਕਰ ਰਹੇ ਸੀ ਆਪਾਂ, ਜਿਹਦੇ ਵਿੱਚ ਆਪਾਂ ਡਿਜੀਟਲ ਮਲਟੀਮੀਟਰ ਜਿਹੜਾ ਸੀ, ਇਹਦਾ ਬਲੌਕ ਡਾਇਗਰਾਮ ਜਿਹੜਾ ਸੀ ਉਹਨੂੰ ਆਪਾਂ ਸਟੱਡੀ ਕਰ ਲਿਆ ਸੀ। ਸੋ ਬਲੌਕ ਡਾਇਗਰਾਮ ਤੋਂ ਬਾਅਦ ਜਿਹੜਾ ਅੱਜ ਆਪਾਂ ਕਰਨਾ ਇੰਸਟਰੂਮੈਂਟ, ਉਹਦਾ ਨਾਮ ਹੈ ਕੈਥੋਡ ਰੇ ਓਜ਼ਿਲੋਸਕੋਪ, ਜਾਂ ਫਿਰ ਉਹਨੂੰ ਆਪਾਂ CRO ਵੀ ਕਹਿ ਦਿੰਦੇ ਹਾਂ। ਸੋ CRO ਡਾਇਗਰਾਮ ਦੇਖੋ, ਆ ਡਾਇਗਰਾਮ ਦੇ ਵਿੱਚ CRO ਹੀ ਆ ਆਪਣੇ ਕੋਲ, ਤੇ ਆ ਦੇਖੋ ਵੇਵ ਫਾਰਮਸ ਸ਼ੋ ਹੋ ਰਹੀਆਂ ਇੱਥੇ। ਉੱਪਰ ਜਿਹੜੀ ਹੈ ਸਾਈਨ ਵੇਵ ਆ, ਤੇ ਥੱਲੇ ਆਪਣੇ ਕੋਲ ਕੀ ਹੈ, ਸਕੁਅਰ ਵੇਵ ਆ। ਸੋ ਇੱਥੋਂ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਗਿਆ ਹੋਣਾ ਕਿ CRO ਦਾ ਕੰਮ ਕੀ ਹੁੰਦਾ। CRO ਐਕਚੁਅਲੀ ਲੈਬੋਰਟਰੀ ਵਗੈਰਾ ਦੇ ਵਿੱਚ ਯੂਜ਼ ਹੁੰਦਾ ਇੰਸਟਰੂਮੈਂਟ। ਸੋ CRO ਦਾ ਜਿਹੜਾ ਮੇਨ ਕੰਮ ਹੁੰਦਾ ਉਹ ਹੁੰਦਾ ਕਿ ਇਹਨੇ ਜਿਹੜੀ ਆਪਣੀ ਵੇਵ ਹੁੰਦੀ ਨਾ, ਜਿਹੜੀ ਵੀ ਸਪਲਾਈ ਵੇਵ ਹੁੰਦੀ ਆ, ਉਹਨੂੰ ਇਹਨੇ ਡਿਸਪਲੇ ਕਰਨਾ ਹੁੰਦਾ। ਬਿਕੋਜ਼ ਦੇਖੋ ਜਿਹੜੀ ਆਪਣੀ ਮੰਨ ਲਓ 50 ਹਰਟਸ ਦੀ ਫਰੀਕੁਐਂਸੀ ਆ ਸਾਈਨ ਵੇਵ ਦੀ, ਤਾਂ ਸਾਈਨ ਵੇਵ ਜਿਹੜੀ ਆ ਉਹ ਫਰੀਕੁਐਂਸੀ ਜਿਹੜੀ ਹੁੰਦੀ ਆ ਉਹ ਆਪਾਂ ਕਿੱਦਾਂ ਦੇਖਾਂਗੇ, ਠੀਕ ਆ, ਕਿ ਜਾਂ ਫਿਰ ਜਿਹੜੀ ਵੇਵ ਆ ਰਹੀ ਉਹ ਕਿੱਦਾਂ ਆਪਾਂ ਦੇਖਾਂਗੇ ਕਿ ਉਹ ਸਾਈਨ ਵੇਵ ਹੀ ਆ ਜਾਂ ਸਾਤੁੱਥਾ ਜਾਂ ਸਕੁਅਰ ਵੇਵ ਆ। ਸੋ ਉਹ ਜਿਹੜੀ ਚੀਜ਼ ਆ ਉਹ ਆਪਾਂ ਨੂੰ ਡਿਸਪਲੇ ਹੁੰਦੀ ਆ ਕਿੱਥੇ, CRO ਦੇ ਉੱਪਰ ਡਿਸਪਲੇ ਹੁੰਦੀ ਆ। ਸੋ CRO ਜਿਹੜਾ ਆ ਇਹ ਬਹੁਤ ਹੀ ਯੂਜ਼ਫੁਲ ਇੱਕ ਇਕਵਿਪਮੈਂਟ ਆ, ਜਿਹੜਾ ਕਿ ਲੈਬੋਰਟਰੀ ਵਗੈਰਾ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਵੇਵ ਸ਼ੇਪਸ ਨੂੰ ਸਟੱਡੀ ਕਰਨ ਵਾਸਤੇ, ਠੀਕ ਹੈ। ਸੋ ਦਾ ਕੈਥੋਡ ਰੇ ਓਜ਼ਿਲੋਸਕੋਪ ਇਜ਼ ਐਨ ਐਕਸਟ੍ਰੀਮਲੀ ਯੂਜ਼ਫੁਲ ਐਂਡ ਵਰਸੇਟਾਈਲ ਲੈਬੋਰਟਰੀ ਇੰਸਟਰੂਮੈਂਟ ਯੂਜ਼ਡ ਫॉर studying wave shapes of alternating current and voltages as well as measurement of voltage and current, ਯਾਨੀ ਕਿ ਵੋਲਟੇਜ ਤੇ ਕਰੰਟ ਨੂੰ ਮੇਅਰ ਕਰਨ ਵਾਸਤੇ, ਤੇ ਉਹ ਜਿਹੜੀਆਂ ਵੇਵਸ ਆ ਉਹਨਾਂ ਦੀਆਂ ਉਹਨੂੰ ਦੇਖਣ ਵਾਸਤੇ, ਚਾਹੇ ਉਹ ਸਕੁਅਰ ਵੇਵ ਹੋਵੇ, ਚਾਹੇ ਉਹ ਸਾਈਨ ਵੇਵ ਹੋਵੇ, ਚਾਹੇ ਉਹ ਟ੍ਰਾਇੰਗੂਲਰ ਵੇਵ ਹੋਵੇ, ਸੌਤੁੱਤ ਵੇਵ ਹੋਵੇ, ਕੋਈ ਵੀ ਹੋਵੇ ਆਪਾਂ ਦੇਖ ਸਕਦੇ ਹਾਂ। ਤੇ ਨਾਲ ਦੀ ਨਾਲ ਆਪਾਂ ਮੇਅਰ ਵੀ ਕਰ ਸਕਦੇ ਹਾਂ ਵੀ ਉਹਦਾ ਕਿੰਨਾ ਮੈਗਨੀਟਿਊਡ ਆ, ਕਿੰਨਾ ਉਹਦਾ ਟਾਈਮ ਬੇਸ ਆ, ਤੇ ਕਿੰਨੀ ਉਹਦੀ ਫਰੀਕੁਐਂਸੀ ਆ। ਓਕੇ, ਸੋ ਇਨ ਫੈਕਟ ਆਲਮੋਸਟ ਐਨੀ ਕੁਆਂਟਿਟੀ ਦੈਟ ਇਨਵੋਲਵ ਐਂਪਲੀਟਿਊਡ ਐਂਡ ਵੇਵ ਫਾਰਮ, ਯਾਨੀ ਕਿ ਕੋਈ ਵੀ ਕੁਆਂਟਿਟੀ ਆਪਣੇ ਕੋਲ ਜਿਹਦੇ ਵਿੱਚ ਕੋਈ ਨਾ ਕੋਈ ਐਂਪਲੀਟਿਊਡ ਹੋਵੇ ਜਾਂ ਜਿਹਦੀ ਕੋਈ ਨਾ ਕੋਈ ਵੇਵ ਫਾਰਮ ਹੋਵੇ, ਉਹ ਸਾਰੀਆਂ ਹੀ ਚੀਜ਼ਾਂ ਆਪਾਂ ਇਹਦੇ ਵਿੱਚ ਕੀ ਆ ਦੇਖ ਸਕਦੇ ਹਾਂ। ਸੋ ਇਟ ਅਲਾਉਜ਼ ਦਾ ਯੂਜ਼ਰ ਟੂ ਸੀ ਦ ਐਂਪਲੀਟਿਊਡ ਆਫ ਇਲੈਕਟ੍ਰੀਕਲ ਸਿਗਨਲ ਐਜ਼ ਅ ਫੰਕਸ਼ਨ ਆਫ ਅ ਟਾਈਮ ਔਨ ਦਾ ਸਕਰੀਨ, ਯਾਨੀ ਕਿ ਇਹਦੇ ਵਿੱਚ ਕੀ ਆ, ਆਪਾਂ ਕੋਈ ਵੀ ਇਲੈਕਟ੍ਰੀਕਲ ਸਿਗਨਲ ਜਿਹੜਾ ਉਹਦਾ ਐਂਪਲੀਟਿਊਡ ਦੇਖ ਸਕਦੇ। ਇਲੈਕਟ੍ਰੀਕਲ ਸਿਗਨਲ ਸਾਈਨ ਵੇਵ ਵੀ ਹੋ ਸਕਦਾ ਹੈ, ਜਾਂ ਆਪਣੇ ਕੋਲ ਸਕੁਅਰ ਵੇਵ ਵੀ ਹੋ ਸਕਦਾ। ਕੋਈ ਵੀ ਇਲੈਕਟ੍ਰੀਕਲ ਸਿਗਨਲ ਜਿਹੜਾ ਆ ਉਹਨੂੰ ਆਪਾਂ ਵਿਦ ਰਿਸਪੈਕਟ ਟੂ ਟਾਈਮ ਜਿਹੜੀ ਆ ਉਹਦੀ ਕੁਆਂਟਿਟੀ ਹੈ ਜਾਂ ਐਂਪਲੀਟਿਊਡ ਕਿੰਨਾ ਚੇਂਜ ਹੁੰਦਾ, ਉਹ ਆਪਾਂ ਸਕਰੀਨ ਦੇ ਉੱਪਰ ਦੇਖ ਸਕਦੇ ਹਾਂ। ਸੋ ਇਹ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਜਿਹੜਾ ਇਹ ਇਲੈਕਟ੍ਰੋਨਿਕ ਇੰਜੀਨੀਅਰ ਆ ਉਹਦੀ ਆਈ ਦੀ ਤਰ੍ਹਾਂ ਕੰਮ ਕਰਦਾ ਹੈ, ਠੀਕ ਹੈ। ਇਲੈਕਟ੍ਰੋਨਿਕ ਇੰਜੀਨੀਅਰ ਦੀ ਅੱਖ ਦੀ ਤਰ੍ਹਾਂ ਕੰਮ ਕਰਦਾ ਹੈ, ਕਿ ਆਪਾਂ ਨੂੰ ਇਹਦੇ ਵਿੱਚ ਕੀ ਆ, ਸਾਰਾ ਜਿਹੜਾ ਵੇਵਸ ਹੁੰਦੀਆਂ ਕਿਸੇ ਵੀ ਤਰ੍ਹਾਂ ਦੀ ਵੇਵ ਸ਼ੇਪ ਆ, ਉਹ ਆਪਾਂ ਆਰਾਮ ਦੇ ਨਾਲ ਉਹਦਾ ਮੈਗਨੀਟਿਊਡ, ਉਹਦਾ ਫਰੀਕੁਐਂਸੀ ਜਿਹੜੀ ਆ ਉਹ ਆਪਾਂ ਇੱਥੋਂ ਕੀ ਆ ਦੇਖ ਸਕਦੇ ਹਾਂ CRO ਤੋਂ। ਸੋ ਇਹਦਾ ਆਪਾਂ ਮੇਨਲੀ ਜਿਹੜਾ ਬਲੌਕ ਡਾਇਗਰਾਮ ਸਟੱਡੀ ਕਰਨਾ ਹੈ। ਸੋ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ CRO ਦਾ ਕੀ ਆ ਬਲੌਕ ਡਾਇਗਰਾਮ ਆ। ਦੇਖੋ ਆ ਜਿਹੜੀ ਚੀਜ਼ ਹੈ ਨਾ ਤੁਸੀਂ ਦੇਖ ਰਹੇ ਹੋ ਇਹਦੇ ਅੰਦਰ ਕੀ ਕੀ ਚੀਜ਼ਾਂ ਹੁੰਦੀਆਂ, ਉਹਦਾ ਆਪਾਂ ਇੱਕ ਬਲੌਕ ਡਾਇਗਰਾਮ ਸ਼ੋ ਕੀਤਾ। ਸੋ ਆਹ ਬਲੌਕ ਡਾਇਗਰਾਮ ਆਉਂਦਾ। ਸੋ ਬਲੌਕ ਡਾਇਗਰਾਮ ਦੇ ਵਿੱਚ ਇਹਦੇ ਵਿੱਚ ਦੇਖੋ ਕਾਫੀ ਬਲੌਕਸ ਨੇ। ਸੋ ਸਭ ਤੋਂ ਜਿਹੜਾ ਮੇਨ ਪਾਰਟ ਹੁੰਦਾ ਨਾ ਇਹਦਾ, ਸਭ ਤੋਂ ਮੇਨ ਪਾਰਟ ਉਹ ਹੁੰਦੀ ਆ ਆਹ CRT, ਠੀਕ ਆ। ਸਭ ਤੋਂ ਮੇਨ ਪਾਰਟ ਹੁੰਦਾ ਇਹ CRT, ਜਿਹਨੂੰ ਆਪਾਂ ਕਹਿੰਦੇ ਆ ਕੈਥੋਡ ਰੇ ਟਿਊਬ, ਠੀਕ ਆ। ਕੀ ਕਹਿੰਦੇ ਆ, ਕੈਥੋਡ ਰੇ ਟਿਊਬ। ਓਕੇ, ਯਾਦ ਰੱਖਿਓ ਕੈਥੋਡ ਰੇ ਟਿਊਬ। ਸੋ ਇਹ ਜਿਹੜਾ ਹੁੰਦਾ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਆਪਣੇ CRO ਦਾ ਹਾਰਟ ਆ। ਮੇਨ ਜਿਹੜਾ ਫੰਕਸ਼ਨ ਹੁੰਦਾ ਉਹ ਇਹਦਾ ਹੀ ਹੁੰਦਾ ਆ। ਸੋ ਇਸ ਤੋਂ ਇਲਾਵਾ ਵੀ ਕੀ ਆ, ਕੁਛ ਇਹਦੇ ਵਿੱਚ ਬਲੌਕਸ ਹੁੰਦੇ ਆ। ਜਿਹੜਾ CRO ਆ ਆਪਣੇ ਕੋਲ, ਇਹਦੇ ਵਿੱਚ ਤੁਹਾਨੂੰ ਦੱਸਿਆ ਕਿ CRT ਜਿਹੜਾ ਹੁੰਦਾ ਮੇਨ ਪਾਰਟ ਹੁੰਦਾ। ਇਸ ਤੋਂ ਇਲਾਵਾ ਕਿਹੜੇ ਕਿਹੜੇ ਬਲੌਕਸ ਹੁੰਦੇ ਆ, ਵਰਟੀਕਲ ਐਂਪਲੀਫਾਇਰ, ਰੇ ਲਾਈਨ, ਦੈਨ ਟ੍ਰਿਗਰ ਸਰਕਟ, ਟਾਈਮ ਬੇਸ ਜਨਰੇਟਰ, ਤੇ ਹੌਰੀਜ਼ੌਂਟਲ ਐਂਪਲੀਫਾਇਰ। ਓਕੇ, ਸੋ ਦੇਖੋ ਆਪਣਾ ਜਿਹੜਾ ਇਨਪੁਟ ਸਿਗਨਲ ਆਉਂਦਾ ਆ ਕੋਈ ਵੀ, ਜੇ ਮੈਂ ਐਗਜ਼ਾਮਪਲ ਲੈ ਲਵਾਂ ਇੱਥੋਂ ਡਾਇਗਰਾਮ ਦੇ ਵਿੱਚ ਆ, ਦੇਖੋ ਸਾਈਨ ਵੇਵ ਦੇਖਾਂ ਤਾਂ ਇਹਦੇ ਵਿੱਚ ਕੀ ਆ, ਦੇਖੋ ਇਹਦੇ ਵਿੱਚ ਇੱਕ ਹੌਰੀਜ਼ੌਂਟਲ ਆਪਣੇ ਕੋਲ ਪਾਰਟ ਵੀ ਆ ਜਾਂਦਾ ਆ, ਜਿਹੜਾ ਕਿ ਕੰਟੀਨਿਊਸਲੀ ਆ ਦੇਖੋ ਅੱਗੇ ਮੂਵ ਕਰਦਾ। ਜਾਂ ਫਿਰ ਆ ਸਕੁਅਰ ਵੇਵ ਦੇ ਵਿੱਚ ਦੇਖ ਲਓ, ਦੇਖੋ ਇਹਦੇ ਵਿੱਚ ਆਪਣੇ ਕੋਲ ਕੀ ਆ, ਹੌਰੀਜ਼ੌਂਟਲ ਪਾਰਟ ਵੀ ਹੈਗਾ ਜਿਹੜਾ ਆਪਣੇ ਕੋਲ ਅੱਗੇ ਮੂਵ ਕਰ ਰਿਹਾ, ਠੀਕ ਆ। ਇਹਦੇ ਨਾਲ ਹੀ ਆਪਣੇ ਕੋਲ ਕੀ ਆ, ਇੱਥੇ ਵਰਟੀਕਲ ਪਾਰਟ ਵੀ ਹੈਗਾ। ਦੇਖੋ ਜਿਹੜਾ ਉੱਪਰ ਨੂੰ ਜਾ ਰਿਹਾ ਨਾ, ਉਹਦਾ ਐਂਪਲੀਟਿਊਡ ਜਿਹੜਾ ਆ, ਜਿਵੇਂ ਉਹਦਾ ਜਿਹੜਾ ਮੈਗਨੀਟਿਊਡ ਆ ਉਹ ਕੀ ਆ, ਉਹ ਵਰਟੀਕਲ ਪਾਰਟ ਆ। ਇੱਥੇ ਵੀ ਆ ਦੇਖੋ ਜਿਹੜਾ ਮੈਗਨੀਟਿਊਡ ਆ ਕੀ ਆ, ਵਰਟੀਕਲ ਪਾਰਟ ਆ, ਤੇ ਜਿੰਨਾ ਟਾਈਮ ਲੈ ਰਹੀ ਆ ਉਹ ਕੀ ਆ, ਉਹ ਹੌਰੀਜ਼ੌਂਟਲ ਪਾਰਟ ਆ। ਸੋ ਇਸ ਕਰਕੇ ਕੀ ਆ, ਉਹ ਦੋਨੋਂ ਚੀਜ਼ਾਂ ਜਿਹੜੀਆਂ ਆ ਉਹਨਾਂ ਵਾਸਤੇ ਹੀ ਆਪਾਂ ਵਰਟੀਕਲ ਐਂਪਲੀਫਾਇਰ ਤੇ ਹੌਰੀਜ਼ੌਂਟਲ ਐਂਪਲੀਫਾਇਰ ਲਗਾਏ ਹੁੰਦੇ ਆ। ਸੋ ਇੱਥੇ ਆ ਦੇਖੋ ਆਪਣੇ ਕੋਲ ਇਨਪੁਟ ਸਿਗਨਲ ਆਉਂਦਾ। ਇਨਪੁਟ ਸਿਗਨਲ ਕੀ ਹੁੰਦਾ, ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ। ਸੋ ਇੱਥੇ ਸਿੰਗਲ ਲਾਈਨ ਸ਼ੋ ਕੀਤੀ, ਤੁਸੀਂ ਦੋ ਲਾਈਨ ਸ਼ੋ ਕਰਕੇ ਕਿਤੇ ਪੋਜ਼ਿਟਿਵ ਇੱਕ ਤੇ ਨੈਗੇਟਿਵ ਵੀ ਲਿਖ ਸਕਦੇ ਹੋ, ਕੋਈ ਇਸ਼ੂ ਨਹੀਂ ਹੈ। ਵਰਟੀਕਲ ਐਂਪਲੀਫਾਇਰ ਜਿਹੜਾ ਹੁੰਦਾ ਇਹ ਕੀ ਕਰਦਾ, ਜਿਹੜਾ ਸਿਗਨਲ ਹੁੰਦਾ ਵਰਟੀਕਲ ਸਿਗਨਲ ਹੁੰਦਾ ਉਹਨੂੰ ਕੀ ਕਰਦਾ, ਐਂਪਲੀਫਾਈ ਕਰ ਦਿੰਦਾ। ਬਿਕੋਜ਼ ਜਿਹੜਾ ਇਹ ਵਾਲਾ ਸਰਕਟ ਹੁੰਦਾ ਨਾ, ਇਹਨੂੰ ਜਿਹੜੀ ਸਪਲਾਈ ਜਾਂਦੀ ਹੈ ਬਹੁਤ ਘੱਟ ਜਾਂਦੀ ਹੈ। ਸੋ ਇੱਥੇ ਦੇਖੋ ਟੂ ਆਲ ਸਰਕਟ LV ਸਪਲਾਈ, ਯਾਨੀ ਕਿ ਜਿਹੜਾ ਆ ਬਾਕੀ ਦਾ ਸਰਕਟ ਹੁੰਦਾ ਨਾ, ਇਹਨੂੰ ਵੱਧ ਤੋਂ ਵੱਧ ਆਪਣਾ 5 ਤੋਂ ਲੈ ਕੇ ਤੇ 12 ਵੋਲਟ ਤੱਕ ਦੀ ਸਪਲਾਈ ਹੁੰਦੀ, 5 ਤੋਂ 12 ਵੋਲਟ ਤੱਕ ਦੀ। ਜਿਹੜੀ ਹਾਈ ਵੋਲਟੇਜ ਸਪਲਾਈ ਹੁੰਦੀ ਉਹ CRT ਨੂੰ ਜਾਂਦੀ ਹੁੰਦੀ, ਕਿਉਂਕਿ ਬੀਮ ਜਨਰੇਟ ਕਰਨੀ ਹੁੰਦੀ ਨਾ, ਉਸ ਕਰਕੇ ਇੱਥੇ ਜ਼ਿਆਦਾ ਵੋਲਟੇਜ ਜਿਹੜੀ ਹੁੰਦੀ ਆਪਾਂ ਨੂੰ ਰਿਕੁਆਇਰਡ ਹੁੰਦੀ, ਇਲੈਕਟ੍ਰੋਨ ਬੀਮ ਕਰਨੀ ਹੁੰਦੀ ਜਨਰੇਟ। ਬਟ ਬਾਕੀ ਸਰਕਟ ਨੂੰ ਲੋ ਵੋਲਟੇਜ ਸਪਲਾਈ ਜਾਂਦੀ ਹੈ, ਠੀਕ ਆ। ਸੋ ਲੋ ਵੋਲਟੇਜ ਸਪਲਾਈ ਜਿਹੜੀ ਹੁੰਦੀ ਆ ਉਹਨੂੰ ਐਂਪਲੀਫਾਈ ਕਰਨ ਵਾਸਤੇ ਹੀ ਆਪਾਂ ਕੀ ਕਰਦੇ ਹਾਂ, ਦੋ ਐਂਪਲੀਫਾਇਰ ਯੂਜ਼ ਕਰਦੇ ਹਾਂ, ਵਰਟੀਕਲ ਐਂਪਲੀਫਾਇਰ ਤੇ
हॉरिजॉन्टल एम्पलीफायर। सो वर्टिकल एम्पलीफायर का काम हुंदा है कि इन्हें वर्टिकल जिहड़ा सिग्नल हुंदा है जां उहदा एम्पली मैगनीट्यूड हुंदा जिहड़ा उहनूं की करना हुंदा एम्पलीफाई करना हुंदा, उहदा जिहड़ा लैवल हुंदा उहनूं की करना हुंदा इंक्रीज़ करना हुंदा। दैन उस तो बाद जे आपां गल करिए उस तो बाद मेरे कोल आ जांदी है डिले लाइन। हुण डिले लाइन का देखो की काम हुंदा। हुण जे डिले लाइन तो पहलां देखिया देखो एक लाइन अपने कोल निकल रही है जिहड़ी अगे किधर जा रही है, ट्रिगर सर्किट दे विच जा रही है। ट्रिगर सर्किट तो अगे कित्थे जा रही है, टाइम बेस जनरेटर च, ते टाइम बेस जनरेटर तो जा रही हॉरिजॉन्टल एम्पलीफायर च। सो जे मैं देखा वर्टिकल एम्पलीफायर तो डिले लाइन तो फिर सीधा देखो वर्टिकल डिफ्लैक्शन प्लेट्स जिहड़ियां आ इत्थे मेरा जिहड़ा सिग्नल आ वो जा रहा। सो जिहड़ा वर्टिकल सिग्नल आ, वर्टिकल सिग्नल तो देखो सीधा ही जल्दी चला गया इत्थे, ठीक है। बट जिहड़ा हॉरिजॉन्टल सिग्नल आ, हॉरिजॉन्टल सिग्नल नूं आ देखो ट्रिगर सर्किट, टाइम बेस जनरेटर, फिर हॉरिजॉन्टल एम्पलीफायर तो हो के फिर वो कित्थे हॉरिजॉन्टल डिफ्लैक्शन प्लेट तक पहुँचदा। सो जिहड़ा हॉरिजॉन्टल एम्पलीफायर तक सिग्नल पहुँचदा ना उहनूं टाइम बहुत ज़्यादा लग जाता, ठीक है। जिहड़ा हॉरिजॉन्टल एम्पलीफायर तक सिग्नल पहुँचदा इहनूं की हुंदा टाइम जिहड़ा हुंदा आ वो ज़्यादा लग जाता, ठीक है। सो इस करके अपना जिहड़ा हुंदा आ आपां इत्थे डिले लाइन लगा दिंदे आ ताकि जिहड़े दोनों सिग्नल आ, चाहे वो वर्टिकल सिग्नल आ चाहे वो अपने कोल हॉरिजॉन्टल सिग्नल आ, दोनों सेम ही टाइम दे उपर पहुँचण अपनी जिहड़ी डेस्टिनेशन आ उत्ते। जे आपां एग्जाम्पल लैके तुहानूं दसीए तां देखो अपना जिहड़ा साइन वेव की जे आपां एग्जाम्पल लईए तां अपने कोल की हुंदा, देखो आह अपने कोल की हुंदी है साइन वेव हुंदी है, ठीक है। सो इहदे विच अपने कोल आ वर्टिकल पार्ट हो गया जिहड़ा इधर नूं टाइम के हिसाब नाल मूव करदा पिया, वो अपने कोल की हो गया हॉरिजॉन्टल पार्ट हो गया, ठीक है। सो वर्टिकल एम्पलीफायर चो की आ अगे आप देख रहे सी भी डिले लाइन का की फंक्शन है। वर्टिकल एम्पलीफायर जिहड़ा है इत्थों देखो एक जिहड़ी अपने कोल सिग्नल आ ट्रिगर सर्किट नूं जा रहा। ट्रिगर सर्किट एक्चुअल दे विच कंपैरिजन वास्ते लाया हुंदा आपां, ठीक है। जिहड़ा ट्रिगर करदा, ट्रिगर मतलब कि स्टार्ट करदा जिहड़ा सिंक्रोनाइज करदा सर्किट नूं, ठीक है। सो वो ट्रिगर सर्किट हुंदा। सो ट्रिगर सर्किट तो बाद हुंदा टाइम बेस जनरेटर। टाइम बेस जनरेटर जिहड़ा हुंदा एक सातुथ वेव ही हुंदी है। सो ये टाइम बेस इहदे हिसाब नाल सप्लाई जिहड़ी हुंदी ना जनरेट हुंदी, जिद्दां देखो इत्थे अपने कोल एक ही है सातुथ वेव हुंदी है। सो टाइम बेस इहने जनरेट करना हुंदा भी कितना टाइम जिहड़ा सिग्नल जीरो तो दोबारा अपने जीरो तक पहुँचता पिया, वो टाइम बेस जनरेटर जिहड़ा हुंदा वो अपने कोल डिसाइड करदा। सो हुण देखो इत्थों टाइम बेस जनरेटर तो की बाद अपने कोल हॉरिजॉन्टल एम्पलीफायर आ जांदा। सो हॉरिजॉन्टल एम्पलीफायर जिहड़ा वो की करदा, हॉरिजॉन्टल जिहड़ी अपने कोल वेव हुंदी उहनूं एम्पलीफाई करके हॉरिजॉन्टल डिफ्लैक्शन प्लेट दे उपर स्ट्राइक करदा। सो ये दोनों प्लेट्स ते जदों अपना सिग्नल पहुँच गया तो उस तो बाद जिहड़ी इलैक्ट्रॉन बीम हुंदी आ, इलैक्ट्रॉन बीम जिहड़ी आ वर्टिकल डिफ्लैक्शन प्लेट ते हॉरिजॉन्टल डिफ्लैक्शन प्लेट इन्हां दोनां दे विच दी हो के लंघदी आ ते जिहड़ी अपने कोल फास्फोरस स्क्रीन हुंदी है जां फ्लोरोसेंट स्क्रीन हुंदी आ, इहदे उपर की हुंदा एक पॉइंट अपने कोल जिहड़ा आ वो हमेशा ही वहता है पॉइंट जो हमेशा ही शो रहा, जो बंद हो उदों अपने को शो ही रहा। बट जो आप सिग्नल दिंने इत्थों इनपुट सिग्नल दिता फिर ये जो डॉट होंदा ना, ये जिद्दां जिद्दां अपने को सिग्नल चेंज हो रहा उदा उदा की होंदा ये डॉट मूव होंदा रहिंदा ते अपने कोल की आ जिहड़ी वेव हुंदी आ वो अपने कोल क्रिएट होनी स्टार्ट हो जाती है, ठीक है। सो जे आपां होर इहदे बारे पढ़ीए वर्टिकल एम्पलीफायर, जे मान लो अपने कोल वर्टिकल एम्पलीफायर जिहड़ा सही तरीके नाल काम नहीं कर रहा, मान लो मैं अपने कोल कोई स्क्वेयर वेव आ, ठीक है। सो मैं कोई स्क्वेयर वेव जिहड़ी आ वो मेयर करनी आ, ठीक है। सो वर्टिकल एम्पलीफायर जे मेरे को सही तरह काम नहीं करूगा तो मेरे को की होना, जिहड़ी मेरे को आउटपुट आऊगी वो सिर्फ की आऊगी हॉरिजॉन्टल फॉर्म दे विच ही आऊगी, उहदे विच कोई भी जिहड़ा मेरे को वर्टिकल पार्ट नहीं आऊगा। तो जे मान लो मेरे को हॉरिजॉन्टल एम्पलीफायर जिहड़ा वो नहीं सही तरह काम करता तो फिर मेरे को जिहड़ा सिग्नल आऊगा की होगा, वो सिर्फ एक लाइन ही होगी, ठीक है। एक हॉरिजॉन्टल लाइन ही होगी, वो लाइन जिहड़ी मूव नहीं करूगी। मूव क्यों नहीं करूगी? बिकॉज इत्थे मेरे को हॉरिजॉन्टल एम्पलीफायर जिहड़ा काम नहीं कर रहा, उहदे करके टाइम बेस जनरेटर जिहड़ा आ वो टाइम भी नहीं डिसाइड कर पा रहा भी किन्ने ते आपां जीरो जिहड़ा आ कंप्लीट करना अपनी जिहड़ी वेव आ उसदा। इस करके जो दोनों चीज़ां जिहड़ियां ना बहुत जरूरी आ ते इन्हां दा सेम टाइम दे उपर जिहड़ा स्ट्राइक होना बनदा आ एक पर्टिकुलर प्लेट्स दे उपर। जे वर्टिकल एम्पलीफायर है तो वर्टिकल डिफ्लैक्शन प्लेट दे उपर पर्टिकुलर टाइम दे उपर जिहड़ा अपने को सिग्नल जिहड़ा आ वो पैना चाहिए। तो जे हॉरिजॉन्टल डिफ्लैक्शन प्लेट है तो पर्टिकुलर टाइम ते ही अपने को हॉरिजॉन्टल डिफ्लैक्श प्लेट के उपर जिहड़ा सिग्नल आ स्ट्राइक होना चाहिए। सो इस करके आप डिले लाइन लाई हुंदी आ ताकि जिहड़ा वर्टिकल एम्पलीफायर तो सिग्नल जा रहा वो थोड़ी देर बाद वर्टिकल डिफ्लैक्शन प्लेट ते स्ट्राइक करे, क्योंकि जिहड़ा सिग्नल हॉरिजॉन्टल एम्पलीफायर जाना उन्होंने थोड़ा टाइम लगना, क्योंकि उन्हें ट्रिगर सर्किट च होके दैन टाइम बेस जनरेटर ने टाइम बेस डिसाइड करना उस सिग्नल का, फिर वो जो हॉरिजॉन्टल एम्पलीफायर उन्होंने सिग्नल जाना तो फिर हॉरिजॉन्टल डिफ्लैक्शन प्लेट से जो सिग्नल होना उन्हें स्ट्राइक होना। इस करके आप डिले लाइन लाई होंगी है ताकि जी अपने को वर्टिकल एम्पलीफायर का सिग्नल आ वो डिले लाइन च रुक जाए थोड़ा चिर वास्ते, तो जो हॉरिजॉन्टल एम्पलीफायर के विचों सिग्नल मेरा पास हो उस टाइम पर डिले लाइन चो सिग्नल जो है मेरा पास होकर वर्टिकल डिफ्लैक्शन प्लेट के उपर स्ट्राइक करे, जिदे करके जी मेरी आउटपुट आनी है बिल्कुल सही आए
ਅਨਮੈਚਡ ਆਊਟਪੁੱਟ ਨਾ ਆਵੇ, ਬਿਕੋਜ਼ ਇਹ ਬੜੀ ਇੰਪੋਰਟੈਂਟ ਪਾਰਟ ਹੁੰਦੇ ਆ ਵਰਟੀਕਲ ਤੇ ਹੋਰੀਜ਼ੋਨਟਲ ਐਂਪਲੀਫਾਇਰ। ਇਹਨਾਂ ਦੇ ਹੀ ਅੱਗੇ ਵਰਕਿੰਗ ਜਿਹੜੀ ਹੁੰਦੀ ਡਿਸਾਈਡ ਕਰਨੀ ਹੁੰਦੀ ਆ ਕਿ ਕਿਸ ਤਰ੍ਹਾਂ ਦੀ ਵੇਵ ਜਿਹੜੀ ਆ ਮੈਂ ਬਣਾਉਣੀ ਆ। ਜੇ ਇਹਨਾਂ ਦੋਨਾਂ ਨੇ ਹੀ ਸਹੀ ਤਰ੍ਹਾਂ ਕੰਮ ਨਹੀਂ ਕੀਤਾ ਤਾਂ ਆਪਣੀ ਜਿਹੜੀ ਵੇਵ ਆ ਉਹ ਸਹੀ ਤਰ੍ਹਾਂ ਦੇ ਨਾਲ ਆਪਣੇ ਕੋਲ ਡਿਸਪਲੇ ਦੇ ਉੱਪਰ ਸਕਰੀਨ ਦੇ ਉੱਪਰ ਸ਼ੋ ਨਹੀਂ ਹੋਊਗੀ। ਬਾਕੀ ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ, ਦੇਖੋ ਜਿਹੜੀ ਵਰਟੀਕਲ ਡਿਫਲੈਕਸ਼ਨ ਪਲੇਟ ਆ ਨਾ, ਐਕਚੁਅਲ ਦੇ ਵਿੱਚ ਇਹਨਾਂ ਦੀ ਜਿਹੜੀ ਕਨਫੀਗਰੇਸ਼ਨ ਆ ਹੋਰੀਜ਼ੋਨਟਲ ਆ, ਠੀਕ ਹੈ, ਇਹ ਵੀ ਚੀਜ਼ ਯਾਦ ਰੱਖਿਓ। ਤੇ ਜਿਹੜੀਆਂ ਹੋਰੀਜ਼ੋਨਟਲ ਡਿਫਲੈਕਸ਼ਨ ਪਲੇਟ ਆ ਇਹਨਾਂ ਦੀ ਕਨਫੀਗਰੇਸ਼ਨ ਕੀ ਆ, ਵਰਟੀਕਲ ਕਨਫੀਗਰੇਸ਼ਨ ਹੁੰਦੀ ਹੈ ਇਹਨਾਂ ਦੀ। ਸੋ ਇਹ ਆਪਣੇ ਕੋਲ ਬਲੌਕ ਡਾਇਗਰਾਮ ਸੀਗਾ। ਸੋ ਜੇ ਆਪਾਂ ਥਿਊਰੀ ਦੀ ਵੀ ਗੱਲ ਕਰੀਏ ਇਹਦੇ ਤਾਂ ਦੇਖੋ, ਸੋ ਕੈਥੋਡ ਰੇ ਓਸੀਲੋਸਕੋਪ ਜਿਹੜਾ ਹੁੰਦਾ ਇਹਦੇ ਵਿੱਚ ਕੁਝ ਸੈਟਸ ਹੁੰਦੇ ਆ ਬਲੌਕ ਦੇ, ਜਿਨ੍ਹਾਂ ਦੇ ਵਿੱਚ ਆ ਸਾਰੇ ਜਿਹੜੇ ਹੁੰਦੇ ਆ ਆਪਣੇ ਕੋਲ, ਜਿਹੜੇ ਪਿੱਛੇ ਆਪਾਂ ਜਿਹੜੇ ਬਲੌਕਸ ਦੇਖੋ ਸਾਰੇ ਬਲੌਕਸ ਹੁੰਦੇ ਆ, ਤੇ ਨਾਲ CRT ਹੁੰਦੀ ਆ ਤੇ ਪਾਵਰ ਸਪਲਾਈ ਹੁੰਦੀ ਆ। ਸੋ ਪਾਵਰ ਸਪਲਾਈ ਜਿਹੜੀ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਿਆ ਕਿ ਜਿਹੜਾ ਬਾਕੀ ਸਾਰੇ ਪਾਰਟ ਹੁੰਦੇ ਆ ਉਹਨਾਂ ਨੂੰ ਪਾਵਰ ਸਪਲਾਈ ਕਿੰਨੀ ਜਾਂਦੀ ਆ, 5 ਤੋਂ ਲੈ ਕੇ 12 ਵੋਲਟ ਤੱਕ ਦੀ ਪਾਵਰ ਸਪਲਾਈ ਰਿਕੁਆਇਰਡ ਹੁੰਦੀ ਆ, ਬਟ ਜਿਹੜੀ CRT ਹੁੰਦੀ ਉਹਨੂੰ ਆਪਾਂ ਹਾਈ ਵੋਲਟੇਜ ਦਿੰਦੇ ਆ। ਸੋ ਬਲੌਕ ਡਾਇਗਰਾਮ ਦੇ ਅਕੋਰਡਿੰਗ ਜਿਹੜੇ ਹਰ ਬਲੌਕ ਦਾ ਫੰਕਸ਼ਨ ਜੇ ਆਪਾਂ ਦੇਖੀਏ ਤਾਂ ਕੀ ਹੁੰਦਾ, ਸਭ ਤੋਂ ਪਹਿਲਾਂ ਵਰਟੀਕਲ ਐਂਪਲੀਫਾਇਰ ਦੇਖਦੇ ਆ। ਇਟ ਐਂਪਲੀਫਾਈ ਦਾ ਇਨਪੁਟ which is to be displayed on the screen of CRT। ਸੋ ਇਹ ਕੀ ਕਰਦਾ, ਇਨਪੁਟ ਸਿਗਨਲ ਨੂੰ ਐਂਪਲੀਫਾਈ ਕਰ ਦਿੰਦਾ ਜਿਹੜਾ ਕਿ ਆਪਾਂ CRT ਤੇ ਦੇਖਣਾ। ਸੋ ਇਹ ਵਰਟੀਕਲ ਸਿਗਨਲ ਨੂੰ ਐਂਪਲੀਫਾਈ ਕਰਦਾ, ਯਾਦ ਰੱਖਿਓ। ਉਸ ਤੋਂ ਬਾਅਦ ਚ ਕੀ ਆ, ਡਿਲੇ ਲਾਈਨ ਸਰਕਿਟ। ਸੋ ਜਿਹੜਾ ਡਿਲੇ ਲਾਈਨ ਸਰਕਿਟ ਹੁੰਦਾ ਇਹ ਕੀ ਕਰਦਾ, ਕੁਛ ਟਾਈਮ ਦਾ ਜਿਹੜਾ ਹੁੰਦਾ ਨਾ ਡਿਲੇ ਪਾ ਦਿੰਦਾ ਸਿਗਨਲ ਨੂੰ ਸ਼ੋ ਕਰਨ ਚ, ਜਿਹੜਾ ਕਿ ਸਿਗਨਲ ਨੂੰ ਕਿੱਥੋਂ ਮਿਲਦਾ, ਵਰਟੀਕਲ ਐਂਪਲੀਫਾਇਰ ਤੋਂ ਮਿਲਦਾ। ਸੋ ਦਿਸ ਡਿਲੇ ਸਿਗਨਲ ਇਜ਼ ਦੈਨ ਅਪਲਾਈ ਟੂ ਵਰਟੀਕਲ ਡਿਫਲੈਕਸ਼ਨ ਪਲੇਟ ਆਫ CRT। ਯਾਨੀ ਕਿ ਡਿਲੇ ਲਾਈਨ ਨੇ ਕੀ ਕਰਨਾ, ਸਿਗਨਲ ਨੂੰ ਥੋੜਾ ਡਿਲੇ ਕਰ ਦੇਣਾ, ਕਿਹਦੇ ਸਿਗਨਲ ਨੂੰ, ਵਰਟੀਕਲ ਐਂਪਲੀਫਾਇਰ ਦੇ ਨੂੰ, ਤੇ ਜਿਹੜਾ ਡਿਲੇਡ ਸਿਗਨਲ ਹੋਇਆ ਉਹ ਬਾਅਦ ਵਿੱਚ ਉਹਨੇ ਵਰਟੀਕਲ ਡਿਫਲੈਕਸ਼ਨ ਪਲੇਟ ਜਿਹੜੀਆਂ ਉਹਨਾਂ ਦੀ CRT ਦੇ ਵਿੱਚ ਉਹਨਾਂ ਦੇ ਉੱਪਰ ਸਟ੍ਰਾਈਕ ਕਰ ਦੇਣਾ। ਫਿਰ ਆ ਗਿਆ ਟ੍ਰਿਗਰ ਸਰਕਿਟ। ਸੋ ਜਿਹੜਾ ਤੁਹਾਨੂੰ ਦੱਸਿਆ ਟ੍ਰਿਗਰ ਸਰਕਿਟ ਕੀ ਹੈ, ਟ੍ਰਿਗਰ ਕਰਨਾ ਹੁੰਦਾ ਇਹਦਾ ਮੇਨ ਕੰਮ। ਸੋ ਇਹ ਕੀ ਕਰਦਾ ਆ, ਇਹ ਆਪਣੇ ਕੋਲ ਟ੍ਰਿਗਰ ਸਿਗਨਲ ਜਿਹੜਾ ਹੁੰਦਾ ਇੱਕ ਸਿੰਕਰੋਨਾਈਜ਼ ਪ੍ਰੋਵਾਈਡ ਕਰਵਾਉਂਦਾ ਆ, ਠੀਕ ਹੈ। ਸੋ ਇਟ ਪ੍ਰੋਡਿਊਸ ਅ ਟ੍ਰਿਗਰਿੰਗ ਸਿਗਨਲ ਇਨ ਆਰਡਰ ਟੂ ਸਿੰਕਰੋਨਾਈਜ਼, ਠੀਕ ਹੈ। ਸੋ ਇਹ ਸਿੰਕਰੋਨਾਈਜੇਸ਼ਨ ਕਰਦਾ ਆ, ਯਾਨੀ ਕਿ ਕਹਿ ਸਕਦੇ ਆ ਆਪਾਂ ਟ੍ਰਿਗਰ ਸਰਕਿਟ ਕਰਦਾ ਸਿੰਕਰੋਨਾਈਜ਼ ਕਰਦਾ। ਕਿੱਦਾਂ ਸਿੰਕਰੋਨਾਈਜ਼ ਕਰਦਾ, ਟ੍ਰਿਗਰ ਸਿਗਨਲ ਨੂੰ ਪ੍ਰੋਡਿਊਸ ਕਰਕੇ। ਟ੍ਰਿਗਰ ਸਿਗਨਲ ਤੁਹਾਨੂੰ ਦੱਸਿਆ ਸੀਗਾ ਮੈਂ ਕਿਹੜਾ ਸਿਗਨਲ ਹੁੰਦਾ ਇਹ, ਜਿਹੜੇ ਆਪਣਾ ਸਾਤੁਥ ਵੇਵ ਜਿਹੜੀ ਇੱਕ ਆਪਾਂ ਡਰਾ ਕਰਕੇ ਤੁਹਾਨੂੰ ਦਿਖਾਈ ਸੀ ਨਾ, ਉੱਦਾਂ ਦਾ ਹੁੰਦਾ ਇਹ। ਸੋ it produces a trigger signal in order to synchronize both horizontal and vertical deflection plate of electron beam। so trigger circuit ਕਰਦਾ ਹੈ, trigger signal ਨੂੰ ਜਨਰੇਟ ਕਰਦਾ ਜਿਹੜਾ synchronize ਕਰਦਾ ਦੋਨੋਂ horizontal ਤੇ vertical deflection ਨੂੰ electron beam ਦੀ। ਨੈਕਸਟ ਹੈਗਾ ਟਾਈਮ ਬੇਸ ਜਨਰੇਟਰ। ਸੋ ਟਾਈਮ ਬੇਸ ਜਨਰੇਟਰ ਕੀ ਕਰਦਾ, ਸਾਤੁਥ ਸਿਗਨਲ ਜਿਹੜਾ ਹੁੰਦਾ ਇਹਨੂੰ ਕੀ ਕਰਦਾ, ਪ੍ਰੋਡਿਊਸ ਕਰਦਾ, ਤੇ ਜਿਹੜਾ ਕੀ ਕਰਦਾ horizontal deflection ਪਲੇਟ ਦੇ ਉੱਪਰ ਜਿਹੜਾ ਸਟ੍ਰਾਈਕ ਕਰਦਾ ਹੋਰੀਜ਼ੋਨਟਲ ਐਂਪਲੀਫਾਇਰ ਤੋਂ ਬਾਅਦ, ਠੀਕ ਹੈ। ਜੇ ਆਪਾਂ ਦੇਖੋ ਇੱਥੇ ਵੀ ਦੇਖੀਏ ਤਾਂ ਟ੍ਰਿਗਰ ਸਰਕਟ ਆ ਗਿਆ। ਟ੍ਰਿਗਰ ਸਰਕਟ ਦਾ ਕੰਮ ਕੀ ਹੁੰਦਾ, ਇਹਨੇ ਕੀ ਕਰਨਾ ਹੁੰਦਾ, ਆਪਣੇ ਕੋਲ ਸਿੰਕਰੋਨਾਈਜ਼ ਕਰਨਾ ਹੁੰਦਾ ਸਰਕਟ ਨੂੰ, ਕਿਹਦੇ ਅਕੋਰਡਿੰਗ ਕਰਨਾ ਹੁੰਦਾ, ਜਿਹੜੀ ਇਹਨੇ ਵੇਵ ਜਨਰੇਟ ਕੀਤੀ ਹੈ, ਠੀਕ ਹੈ। ਜਿਹੜਾ ਇਹਨੇ ਟ੍ਰਿਗਰ ਸਿਗਨਲ ਜਿਹੜਾ ਹੁੰਦਾ ਉਹ ਜਨਰੇਟ ਕੀਤਾ ਉਹਦੇ ਅਕੋਰਡਿੰਗ ਕਰਨਾ ਹੁੰਦਾ, ਠੀਕ ਹੈ। ਸੋ ਇਹਨੇ ਟ੍ਰਿਗਰ ਸਿਗਨਲ ਨੇ ਅੱਗੇ ਭੇਜਣਾ ਹੁੰਦਾ ਟਾਈਮ ਬੇਸ ਨੂੰ, ਜਨਰੇਟਰ ਨੂੰ ਸਿਗਨਲ ਕਿ ਕਿੰਨੇ ਟਾਈਮ ਬੇਸ ਤੇ ਆਪਾਂ ਜਿਹੜੀ ਆ ਇੱਕ ਜਿਹੜੀ ਵੇਵ ਆ ਉਹ ਜਨਰੇਟ ਕਰਨੀ ਆ। ਸੋ ਟਾਈਮ ਬੇਸ ਜਨਰੇਟਰ ਨੇ ਕੀ ਕਰਨਾ ਹੁੰਦਾ, ਇਹਨੇ ਸਾਤੁਥ ਵੇਵ ਜਿਹੜੀ ਆ ਉਹ ਜਨਰੇਟ ਕਰਨੀ ਹੁੰਦੀ, ਤੁਹਾਨੂੰ ਮੈਂ ਬਣਾ ਕੇ ਵੀ ਦਿਖਾਈ ਸੀਗੀ ਪੈਰਲਲੀ ਜਿਹੜਾ ਆਪਣਾ ਸਾਈਨ ਵੇਵ ਹੁੰਦਾ। ਸੋ ਟਾਈਮ ਬੇਸ ਜਿਹੜਾ ਟਾਈਮ ਬੇਸ ਹੁੰਦਾ ਆਪਾਂ ਚੇਂਜ ਵੀ ਕਰ ਸਕਦੇ ਹਾਂ CR ਉਹਦੇ ਵਿੱਚ, ਠੀਕ ਆ। ਟਾਈਮ ਬੇਸ ਬੇਸਿਕਲੀ ਬਲੌਕਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਦੇਖਣਾ ਚਾਹੀਏ। ਸੋ ਟਾਈਮ ਬੇਸ ਚੇਂਜ ਵੀ ਕਰ ਸਕਦੇ ਹਾਂ, ਇੱਕੋ ਟਾਈਮ ਦੇ ਉੱਪਰ ਜਿਹੜੀਆਂ ਕਿੰਨੀਆਂ ਵੇਵਸ ਦੇਖਣੀਆਂ ਉਹ ਸਾਰੀਆਂ ਜਿਹੜੀਆਂ ਆਪਾਂ ਟਾਈਮ ਬੇਸ ਤੋਂ ਆਪਾਂ ਡਿਸਾਈਡ ਕਰ ਸਕਦੇ ਹਾਂ। ਸੋ ਟਾਈਮ ਬੇਸ ਤੋਂ ਬਾਅਦ ਜਿਹੜਾ ਸਿਗਨਲ ਹੁੰਦਾ ਕਿੱਥੇ ਜਾਂਦਾ, ਹੋਰੀਜ਼ੋਨਟਲ ਐਂਪਲੀਫਾਇਰ ਦੇ ਵਿੱਚ ਜਾਂਦਾ। ਸੋ ਹੋਰੀਜ਼ੋਨਟਲ ਐਂਪਲੀਫਾਇਰ ਕੀ ਕਰਦਾ ਆ, ਹੋਰੀਜ਼ੋਨਟਲ ਐਂਪਲੀਫਾਇਰ ਜਿਹੜਾ ਹੁੰਦਾ, ਜਿਹੜਾ ਆਪਣਾ ਹੋਰੀਜ਼ੋਨਟਲ ਸਿਗਨਲ ਹੁੰਦਾ ਉਹਨੂੰ ਆਪਾਂ ਨੂੰ ਸ਼ੋ ਕਰਦਾ ਆ, ਠੀਕ ਆ। ਸੋ ਐਂਪਲੀਫਾਈ ਕਰ ਦਿੰਦਾ, ਜਿਹੜੀ ਇੱਥੋਂ ਵੇਵ ਆਉਂਦੀ ਆ ਆਪਣੇ ਕੋਲ ਟਾਈਮ ਬੇਸ ਜਨਰੇਟਰ ਤੋਂ, ਉਹਨੂੰ ਕੀ ਕਰਦਾ ਹੋਰੀਜ਼ੋਨਟਲ ਐਂਪਲੀਫਾਇਰ ਕੀ ਕਰਦਾ ਆ, ਐਂਪਲੀਫਾਈ ਕਰਕੇ ਤੇ ਅੱਗੇ ਜਿਹੜੀਆਂ ਹੋਰੀਜ਼ੋਨਟਲ ਡਿਫਲੈਕਸ਼ਨ ਪਲੇਟਸ ਹੁੰਦੀਆਂ ਉਹਨਾਂ ਦੇ ਉੱਪਰ ਕੀ ਕਰਦਾ ਹੈ, ਸਟ੍ਰਾਈਕ ਕਰ ਦਿੰਦਾ। ਬਾਕੀ ਪਾਵਰ ਸਪਲਾਈ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ, ਦੋਨੋਂ ਹਾਈ ਤੇ ਲੋ ਵੋਲਟੇਜ ਹੁੰਦੀਆਂ, ਠੀਕ ਆ। ਜਿਹੜੀ ਹਾਈ ਵੋਲਟੇਜ ਸਪਲਾਈ ਹੁੰਦੀ ਉਹ ਤਾਂ CRT ਨੂੰ ਚਲੀ ਜਾਂਦੀ ਹੈ, ਤੇ ਜਿਹੜੀ ਲੋ ਵੋਲਟੇਜ ਹੁੰਦੀ ਆ ਉਹ ਬਾਕੀ ਸਰਕਟ ਨੂੰ ਚਲੀ ਜਾਂਦੀ ਹੈ। ਉਸ ਤੋਂ ਬਾਅਦ ਚ ਮੇਰੇ ਕੋਲ ਆ ਜਾਂਦੇ ਆ CRT, ਕੈਥੋਡ ਰੇ ਟਿਊਬ। ਇਹ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ CRO ਦਾ। ਮੇਨਲੀ ਇਹਦੇ ਵਿੱਚ ਕੀ ਹੁੰਦੇ ਆ, 4 ਪਾਰਟਸ ਹੁੰਦੇ ਆ, ਇਲੈਕਟ੍ਰੋਨ ਗਨ, ਵਰਟੀਕਲ ਡਿਫਲੈਕਸ਼ਨ ਪਲੇਟ, ਹੋਰੀਜ਼ੋਨਟਲ ਡਿਫਲੈਕਸ਼ਨ ਪਲੇਟ ਤੇ ਫਲੋਰੋਸੈਂਟ ਸਕਰੀਨ ਜਾਂ ਫਾਸਫੋਰਸ ਸਕਰੀਨ ਵੀ ਆਪਾਂ ਕਹਿ ਦਿੰਦੇ ਆ। ਸੋ ਇਹ ਜਿਹੜੇ ਹੁੰਦੇ ਆ ਮੇਨ 4 ਪਾਰਟ ਹੁੰਦੇ, ਇਹਨਾਂ ਨੂੰ ਆਪਾਂ ਅੱਗੇ ਸਟੱਡੀ ਕਰਾਂਗੇ CRT ਨੂੰ ਵੀ, ਤੇ ਕਿਉਂਕਿ ਮੇਨ ਪਾਰਟ ਆ ਇਹਦੇ ਬਾਰੇ ਆਪਾਂ ਨੂੰ ਸਾਰਾ ਪਤਾ ਹੋਣਾ ਚਾਹੀਦਾ। ਇਹਦੇ ਵਿੱਚ ਬੇਸਿਕਲੀ ਜਿਹੜੀ ਇਲੈਕਟ੍ਰੋਨ ਗਨ ਹੁੰਦੀ ਆ ਨਾ, ਇਲੈਕਟ੍ਰੋਨ ਦੀ ਜਿਹੜੀ ਹੁੰਦੀ ਨਾ ਬੀਮ ਪ੍ਰੋਵਾਈਡ ਕਰਵਾਉਂਦੀ ਆ ਆਪਾਂ ਨੂੰ। ਬੀਮ ਜਿਹੜੀ ਹੁੰਦੀ ਆ ਉਹੀ ਸਿੱਧੀ ਜਾ ਕੇ ਫਿਰ ਫਲੋਰੋਸੈਂਟ ਸਕਰੀਨ ਤੇ ਪੈਂਦੀ ਆ, ਤੇ ਉਹ ਜਿਹੜੀ ਬੀਮ ਜੇ ਆਪਾਂ ਕੋਈ ਵੀ ਸਿਗਨਲ ਨਹੀਂ ਦਿੱਤਾ ਤੇ ਉਹ ਜਿਹੜੀ ਬੀਮ ਹੁੰਦੀ ਆ ਨਾ ਬਿਲਕੁਲ ਡਾਟ ਦੀ ਤਰ੍ਹਾਂ ਸ਼ੋ ਹੁੰਦੀ ਆ। ਬਟ ਜੇ ਆਪਾਂ ਇਨਪੁਟ ਸਿਗਨਲ ਦੇਵਾਂਗੇ ਤਾਂ ਜਿਹੜੀ ਬੀਮ ਹੁੰਦੀ ਨਾ ਹੋਰੀਜ਼ੋਨਟਲ ਡਿਫਲੈਕਸ਼ਨ ਪਲੇਟ ਤੇ ਵਰਟੀਕਲ ਡਿਫਲੈਕਸ਼ਨ ਪਲੇਟ ਕੀ ਕਰਦੀਆਂ, ਉਹਦੀ ਬੀਮ ਦੀ ਡਾਇਰੈਕਸ਼ਨ ਨੂੰ ਕੀ ਕਰਦੀਆਂ, ਚੇਂਜ ਕਰਦੀਆਂ ਰਹਿੰਦੀਆਂ, ਜਿਹਦੇ ਕਰਕੇ ਆਪਾਂ ਨੂੰ ਸਕਰੀਨ ਦੇ ਉੱਪਰ ਕੀ ਹੁੰਦਾ, ਪਰਟੀਕੂਲਰ ਸਪੋਟ ਦੇ ਉੱਪਰ ਆਪਾਂ ਨੂੰ ਕੀ ਆ ਪੂਰੀ ਜਿਹੜੀ ਡਿਸਪਲੇ ਹੋ ਜਾਂਦੀ ਹੈ ਜਿਹੜੀ ਆਪਣੀ ਵੇਵ ਹੁੰਦੀ ਹੈ ਕੋਈ ਵੀ ਹੋਵੇ, ਠੀਕ ਹੈ। ਸੋ ਉਹੀ ਇੱਥੇ ਲਿਖਿਆ ਵੀ ਹੋਇਆ, the electron beam which is produced by electron gun get deflected in both vertical and horizontal direction by the pair of vertical deflection plate and horizontal deflection plate respectively। ਯਾਨੀ ਕਿ ਜਿਹੜੀ ਇਲੈਕਟ੍ਰੋਨ ਗਨ ਜਿਹੜੀ ਹੁੰਦੀ ਆ
ਉਹ ਕੀ ਕਰਦੀ ਹੈ, ਇਲੈਕਟ੍ਰੋਨ ਬੀਮ ਜਿਹੜੀ ਆ ਉਹ ਇੱਕ ਬਣਾਉਂਦੀ ਆ ਜਿਹੜੀ ਕੀ ਵਰਟੀਕਲ ਤੇ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ ਮੂਵ ਹੁੰਦੀ ਆ ਇਹਨਾਂ ਦੋਨੋਂ ਪਲੇਟਸ ਦੇ ਕਰਕੇ। ਓਕੇ, ਸੋ ਫਾਈਨਲੀ ਡਿਫਲੈਕਟਡ ਬੀਮ ਵਿਲ ਅਪੀਅਰ ਐਜ਼ ਅ ਸਪੌਟ ਔਨ ਦ ਫਲੋਰਸੈਂਟ ਸਕਰੀਨ। ਇਨ ਦਿਸ ਵੇ CRO ਵਿਲ ਡਿਸਪਲੇ ਦਾ ਅਪਲਾਈਡ ਇਨਪੁਟ ਸਿਗਨਲ। ਸੋ ਕੀ ਆ, ਇੱਕ ਸਪੌਟ ਆਪਣੇ ਕੋਲ ਬਣ ਜਾਂਦਾ ਸਕਰੀਨ ਦੇ ਉੱਪਰ ਜਿਹਦੇ ਨਾਲ ਕੀ ਆ CRO ਜਿਹੜਾ ਹੁੰਦਾ ਆਪਾਂ ਨੂੰ ਡਿਸਪਲੇ ਕਰ ਦਿੰਦਾ ਇਨਪੁਟ ਸਿਗਨਲ ਨੂੰ ਵੀ ਕਿੰਨਾ ਇਨਪੁਟ ਸਿਗਨਲ ਆ, ਜਿਹਦੇ ਕਰਕੇ ਆਪਾਂ ਕੀ ਆ ਈਜ਼ੀਲੀ CRO ਤੋਂ ਜਿਹੜਾ ਆਪਣਾ ਸਿਗਨਲ ਉਹਨੂੰ ਦੇਖ ਸਕਦੇ ਹਾਂ। ठीक है, सो सिंपल वर्किंग आ वर्टिकल एंपलीफायर ने की करना, ਜਿਹੜਾ इनपुट सिग्नल ਇੱਥੇ वर्टिकल एंपलीफायर ਤੇ ਆਉਣਾ। ਸਭ ਤੋਂ ਪਹਿਲਾਂ वर्टिकल एंपलीफायर ने की करना, ਜਿਹੜਾ सिग्नल ਆ ਉਹਨੂੰ ਕੀ ਕਰਨਾ, ਐਂਪਲੀਫਾਈ ਕਰ ਦੇਣਾ। ਉਹਨੂੰ ਕੀ ਕਰਨਾ, ਐਂਪਲੀਫਾਈ ਕਰ ਦੇਣਾ वर्टिकल सिग्नल ਨੂੰ, ਤੇ ਬਾਅਦ ਵਿੱਚ ਉਹਨੂੰ ਕਿਹਨੂੰ ਦੇਣਾ, ਡਿਲੇ ਲਾਈਨ ਨੂੰ ਸਿਗਨਲ ਜਿਹੜਾ ਆ ਉਹ ਪ੍ਰੋਵਾਈਡ ਕਰਵਾ ਦੇਣਾ। ਸੋ ਡਿਲੇ ਲਾਈਨ ਕਿਉਂ ਲਾਈ ਹੁੰਦੀ ਹੈ, ਬਿਕੋਜ਼ ਆਪਣੇ ਕੋਲ ਦੇਖੋ वर्टिकल एंपलीफायर ਤੋਂ ਬਾਅਦ ਜਿਹੜਾ ਸਿਗਨਲ ਹੁੰਦਾ ਉਹ ਟ੍ਰਿਗਰ ਸਰਕਟ ਨੂੰ ਜਾਣਾ ਹੁੰਦਾ। ਸੋ ਟ੍ਰਿਗਰ ਸਰਕਟ ਤੋਂ ਬਾਅਦ ਟਾਈਮ ਬੇਸ ਜਨਰੇਟਰ ਫਿਰ ਹੌਰੀਜ਼ੌਂਟਲ ਐਂਪਲੀਫਾਇਰ ਤੋਂ ਇੱਥੇ ਪਹੁੰਚਦੇ ਸਿਗਨਲ ਜਿਹੜਾ ਹੁੰਦਾ ਉਹਨੂੰ ਥੋੜਾ ਜਿਹਾ ਟਾਈਮ ਵੱਧ ਲੱਗਦਾ। ਸੋ ਇਸ ਕਰਕੇ ਆਪਾਂ वर्टिकल एंपलीफायर ਤੋਂ ਅੱਗੇ ਡਿਲੇ ਲਾਈਨ ਲਾਈ ਹੁੰਦੀ ਹੈ ਤਾਂ ਕਿ ਦੋਨੋਂ ਸਿਗਨਲ ਜਿਹੜੇ ਆ ਉਹ ਇੱਕੋ ਟਾਈਮ ਦੇ ਉੱਪਰ ਪਹੁੰਚਣ। ਜਿਸ ਟਾਈਮ ਦੇ ਉੱਪਰ ਸਿਗਨਲ ਇਸ ਪਲੇਟ ਤੇ ਪਹੁੰਚ ਰਿਹਾ ਉਸੇ ਟਾਈਮ ਤੇ ਸਿਗਨਲ ਜਿਹੜਾ ਇਸ ਪਲੇਟ ਤੇ ਪਹੁੰਚੇ, ਇਸ ਕਰਕੇ ਆਪਾਂ ਕੀ ਡਿਲੇ ਲਾਈਨ ਸਰਕਟ ਲਾਤਾ ਹੁੰਦਾ। ਸੋ ਇਸ ਕਰਕੇ ਇੱਥੋਂ ਕੀ ਹੁੰਦਾ, ਸਿਗਨਲ ਦੇ ਟ੍ਰਿਗਰ ਸਰਕਟ 'ਚ ਆਉਂਦਾ। ਟ੍ਰਿਗਰ ਸਰਕਟ ਕੀ ਕਰਦਾ, ਸਿੰਕਰੋਨਾਈਜ਼ ਕਰਦਾ ਕਿ ਹਾਂ ਹੁਣ ਜਿਹੜਾ ਅੱਗੇ ਜਿਹੜੀ ਪਲੇਟਸ ਆ ਜਿਹੜੀ ਆਪਣੀ ਪਲੇਟ ਆ ਅੱਗੇ ਟਾਈਮ ਬੇਸ ਜਨਰੇਟਰ ਨੂੰ ਸਿਗਨਲ ਦਿੰਦਾ ਕਿ ਹੁਣ ਜਿਹੜਾ ਆ ਸਾਤੂਥ ਵੇਵ ਜਿਹੜੀ ਆ ਜਨਰੇਟ ਕਰਨ ਦਾ ਟਾਈਮ ਆ ਗਿਆ। ਸੋ ਜਿਹੜਾ ਟਾਈਮ ਬੇਸ ਜਨਰੇਟਰ ਉਹਨੇ ਸਾਤੂਥ ਵੇਵ ਜਨਰੇਟ ਕਰਨੀ ਆ। ਸਾਤੂਥ ਵੇਵ ਕਿਉਂ ਜਨਰੇਟ ਕਰਨੀ ਹੈ ਕਿ ਟਾਈਮ ਬੇਸ ਡਿਸਾਈਡ ਕਰਨ ਵਾਸਤੇ ਕਿ ਕਦੋਂ ਆ ਜਿਹੜਾ ਆਪਣਾ ਵੇਵ ਆ ਉਹ ਜ਼ੀਰੋ ਕਦੋਂ ਕੰਪਲੀਟ ਕਰਦੀ ਪਈ ਹੈ, ਕਦੋਂ ਹਾਈਐਸਟ ਮੈਗਨੀਟਿਊਡ ਤੇ ਆਉਂਦੀ ਪਈ ਆ। ਹੌਰੀਜ਼ੌਂਟਲੀ ਇਹ ਜਿਹੜਾ ਹੁੰਦਾ ਸਾਤੂਥ ਵੇਵ ਜਨਰੇਟ ਕਰਦਾ। ਸੋ ਜਿਹੜੀ ਵੇਵ ਹੁੰਦੀ ਹੈ ਅੱਗੇ ਹੌਰੀਜ਼ੌਂਟਲ ਐਂਪਲੀਫਾਇਰ ਨੂੰ ਆਉਂਦੀ ਹੈ, ਤੇ ਹੌਰੀਜ਼ੌਂਟਲ ਐਂਪਲੀਫਾਇਰ ਤੋਂ ਜਿਹੜਾ ਸਿਗਨਲ ਆ ਹੌਰੀਜ਼ੌਂਟਲ ਡਿਫਲੈਕਸ਼ਨ ਪਲੇਟ ਤੇ ਹੁੰਦਾ। ਤੇ ਜਦੋਂ ਇੱਥੋਂ ਹੌਰੀਜ਼ੌਂਟਲ ਐਂਪਲੀਫਾਇਰ ਤੋਂ ਆਊਟਪੁੱਟ ਆਈ ਉਸੇ ਟਾਈਮ ਤੇ ਕੀ ਆ, ਡਿਲੇ ਲਾਈਨ ਨੇ ਵੀ ਕੀ ਕਰਨਾ, ਸਿਗਨਲ ਨੂੰ ਜਿਹੜਾ ਅੱਗੇ ਛੱਡ ਦੇਣਾ ਤੇ ਉਸੇ ਟਾਈਮ ਤੇ वर्टिकल डिफ्लैक्शन ਪਲੇਟ ਤੇ ਵੀ ਆਪਣੇ ਕੋਲ ਕੀ ਆ ਡਿਸਪਲੇ ਸਿਗਨਲ ਜਿਹੜਾ ਇੱਥੇ वर्टिकल डिफ्लैक्शन ਪਲੇਟ ਦੇ ਉੱਪਰ ਆ ਜਾਣਾ। ਉਸ ਤੋਂ ਬਾਅਦ ਕੀ ਆ ਆਪਣੇ ਕੋਲ ਜਿਹੜਾ CRT ਹੁੰਦਾ ਇਹਦਾ ਕੰਮ ਸ਼ੁਰੂ ਹੋ ਜਾਂਦਾ। ਇਹਦੇ ਵਿੱਚ ਇੱਕ ਇਲੈਕਟ੍ਰੋਨ ਗਨ ਹੁੰਦੀ ਜਿਹੜੀ ਇੱਕ ਬੀਮ ਬਣਾਉਂਦੀ ਆ। ਉਹ ਬੀਮ ਜਿਹੜੀ ਸਿੱਧੀ ਆ ਦੇਖੋ ਡਾਟ ਦੀ ਫਾਰਮ ਦੇ ਵਿੱਚ ਆਪਾਂ ਨੂੰ ਜਿਹੜੀ ਆ ਸ਼ੋ ਹੁੰਦੀ ਆ। ਜਦੋਂ ਤੱਕ ਸਿਗਨਲ ਨਹੀਂ ਮਿਲਦਾ ਇਹ ਡਾਟ ਹੀ ਸ਼ੋ ਹੁੰਦੀ ਆ, ਬਟ ਜਦੋਂ ਸਿਗਨਲ ਮਿਲ ਗਿਆ वर्टिकल डिफ्लैक्शन ਤੇ हॉरिजॉन्टल डिफ्लैक्शन ਪਲੇਟ ਨੂੰ, ਉਸ ਟਾਈਮ ਤੇ ਕੀ ਕਰਨਾ, ਇਹਨਾਂ ਦੋਨੋਂ ਪਲੇਟਸ ਦੀ ਵਜ੍ਹਾ ਨਾਲ ਜਿਹੜਾ ਮੇਰਾ ਸਿਗਨਲ ਹੋਊਗਾ ਜਾਂ ਸੌਰੀ ਜਿਹੜੀ ਮੇਰੀ ਬੀਮ ਹੋਊਗੀ ਇਹ ਕੀ ਹੋਣਾ, ਇਹਨੇ ਮੂਵਸ ਹੋਣਾ ਸਟਾਰਟ ਹੋ ਜਾਣਾ ਜਿਹੜੀ ਵੀ ਡਾਇਰੈਕਸ਼ਨ ਦੇ ਵਿੱਚ ਦੋਨੋਂ ਪਲੇਟਸ ਬੀਮ ਨੂੰ ਮੂਵ ਕਰਾਉਣਗੀਆਂ। ਸੋ ਉਹਦੇ ਨਾਲ ਕੀ ਆ ਆਪਾਂ ਨੂੰ ਜਿਹੜੀ ਪਾਰਟਿਕੂਲਰ ਵੇਵ ਸ਼ੇਪ ਆਪਾਂ ਦੇਖਣੀ ਆ ਉਹ ਪਾਰਟਿਕੂਲਰ ਵੇਵ ਸ਼ੇਪ ਆਪਾਂ ਨੂੰ ਇਸ ਸਕਰੀਨ ਦੇ ਉੱਪਰ ਸ਼ੋ ਹੋਊਗੀ। ਠੀਕ ਹੈ, ਸੋ ਇਹ ਆਪਣਾ ਅੱਜ ਦਾ ਟੌਪਿਕ ਸੀਗਾ CRO ਦਾ ਬਲੌਕ ਡਾਇਗਰਾਮ। ਸੋ ਜਿਹੜਾ ਨੈਕਸਟ ਲੈਕਚਰ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਜਿਹੜੀ ਇਹਦੀ CRT ਹੁੰਦੀ ਆ ਉਹਦਾ ਕੀ ਕੰਮ ਹੁੰਦਾ। ਸੋ ਇਹ ਦੋਨੋਂ ਇੰਪੋਰਟੈਂਟ ਆ, ਇਹਨੂੰ ਨੋਟ ਜ਼ਰੂਰ ਕਰਨਾ। ਠੀਕ ਹੈ, ਥੈਂਕ ਯੂ।